ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸਟ ਟਿਊਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਮੈਰੀਟੋਰੀਅਸ ਦਾ ਜਿਹੜਾ ਐਡਮਿਸ਼ਨ ਦਾ ਫਾਰਮ ਹੈ ਉਹ ਕਿਵੇਂ ਭਰਨਾ ਹੈ। ਜਿਨ੍ਹਾਂ ਸਟੂਡੈਂਟ ਦੀ ਕਾਉਂਸਲਿੰਗ ਹੁਣ ਤੱਕ ਹੋ ਚੁੱਕੀ ਹੈ ਉਹਨਾਂ ਨੇ ਜਿਹੜਾ ਇਹ ਫਾਰਮ ਜਿਹੜਾ ਭਰ ਕੇ ਆਪਣੇ ਸਕੂਲ ਦੇ ਵਿੱਚ ਜਮ੍ਹਾਂ ਕਰਾਉਣਾ ਹੈ। ਜਿੱਥੇ ਉਹਨਾਂ ਨੇ ਐਡਮਿਸ਼ਨ ਲਈ ਹੈ ਉੱਥੇ ਜਾ ਕੇ ਉਹਨਾਂ ਨੇ ਇਹ ਜਮ੍ਹਾਂ ਕਰਾਉਣਾ ਹੈ। ਕੁਝ ਸਟੂਡੈਂਟ ਮੈਨੂੰ ਇਹ ਪੁੱਛਦੇ ਆ ਕਿ ਜਿਹੜੀ ਸਾਡੀ ਸੈਲਰੀ ਸਲਿੱਪ ਆ ਉਹਦੇ ਤੇ ਲਿਖਿਆ ਹੋਇਆ ਕਿ ਅਸੀਂ ਅਗਲੇ ਦਿਨ ਉੱਥੇ ਪਹੁੰਚਣਾ। ਇਹ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਅਗਲੇ ਦਿਨ ਉੱਥੇ ਜਾਣਾ, ਤੁਸੀਂ 31 ਤਰੀਕ ਤੋਂ ਪਹਿਲਾਂ ਪਹਿਲਾਂ ਉੱਥੇ ਜਾ ਸਕਦੇ ਹੋ। ਤੇ ਜਿਨ੍ਹਾਂ ਦੇ ਡਾਕੂਮੈਂਟ ਜਿਹੜੇ ਰੈਡੀ ਨਹੀਂ ਹੈਗੇ ਉਹ ਆਪਣੇ ਰੈਡੀ ਕਰਕੇ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ। ਨਹੀਂ ਤਾਂ ਤੁਸੀਂ ਜਿਹੜੀ ਆਪਣੀ ਕਾਉਂਸਲਿੰਗ ਵਾਲੀ ਸਲਿੱਪ ਹੈ ਉਹ ਤੁਸੀਂ ਲੈ ਕੇ ਜਾ ਸਕਦੇ ਹੋ। ਉੱਥੇ ਤੁਹਾਨੂੰ ਫਿਰ ਇਸ ਤਰੀਕੇ ਦਾ ਜਿਹੜਾ ਫਾਰਮ ਹੈ ਉਹ ਫਿਲ ਕਰਨ ਦੇ ਲਈ ਦਿੱਤਾ ਜਾਊਗਾ। ਤੁਸੀਂ ਇਹ ਫਾਰਮ ਮੇਰੇ ਟੈਲੀਗ੍ਰਾਮ ਲਿੰਕ ਦੇ ਵਿੱਚ ਵੀ ਜੁਆਇਨ ਕਰਕੇ ਉੱਥੋਂ ਅਪਲੋਡ ਕਰ ਸਕਦੇ ਹੋ ਤੇ ਇਹਨੂੰ ਬਾਹਰ ਪ੍ਰਿੰਟ ਕਢਵਾ ਸਕਦੇ ਹੋ। ਨਹੀਂ ਤਾਂ ਤੁਹਾਨੂੰ ਉਸ ਸਕੂਲ ਦੇ ਵਿੱਚ ਵੀ ਫਾਰਮ ਜਿਹੜਾ ਇਹ ਜ਼ਰੂਰ ਮਿਲੇਗਾ। ਤੇ ਇਹਦੇ ਨਾਲ ਡਾਕੂਮੈਂਟ ਕਿਹੜੇ ਤੁਸੀਂ ਅਟੈਚ ਕਰਨੇ ਆ, ਮੈਡੀਕਲ ਸਰਟੀਫਿਕੇਟ ਕਿਵੇਂ ਬਣਨਾ ਤੁਹਾਡਾ, ਉਹ ਸਾਰਾ ਕੁਝ ਡਿਸਕਸ ਕਰਾਂਗੇ ਅਸੀਂ ਇਸ ਫਾਰਮ ਦੇ ਭਰਨ ਤੋਂ ਬਾਅਦ। ਜਿਹੜਾ ਉੱਪਰ ਵਾਲਾ ਕਾਲਮ ਹੈ ਇਹ ਲਿਖਿਆ ਹੋਇਆ ਦੇਖੋ, ਫੋਰ ਸਕੂਲ ਆਫਿਸ ਯੂਜ਼ ਓਨਲੀ। ਇਹ ਤੁਸੀਂ ਨਹੀਂ ਭਰਨਾ ਇੱਥੇ ਕੁਝ ਵੀ। ਸਭ ਤੋਂ ਪਹਿਲੇ ਨੰਬਰ ਤੇ ਲਿਖਿਆ ਨੇਮ ਆਫ ਦਾ ਸਟੂਡੈਂਟ ਇਨ ਇੰਗਲਿਸ਼ ਕੈਪੀਟਲ ਲੈਟਰ। ਇੱਥੇ ਤੁਸੀਂ ਇੰਗਲਿਸ਼ ਦੇ ਵਿੱਚ ਕੈਪੀਟਲ ਲੈਟਰ ਵਿੱਚ ਆਪਣਾ ਨੇਮ ਲਿਖ ਦੇਣਾ। ਰਾਈਟ ਸਾਈਡ ਤੇ ਤੁਸੀਂ ਇੱਥੇ ਆਪਣੀ ਫੋਟੋ ਲਾ ਦੇਣੀ ਹੈ। ਫਿਰ ਪੰਜਾਬੀ 'ਚ ਲਿਖ ਦੇਣਾ ਤੁਸੀਂ ਇੱਥੇ ਆਪਣਾ ਨਾਮ। ਡੇਟ ਆਫ ਬਰਥ ਤੁਸੀਂ ਇੱਥੇ ਆਪਣੀ ਲਿਖ ਦੇਣੀ ਹੈ। ਵਰਡ ਦੇ ਵਿੱਚ ਡੇਟ ਆਫ ਬਰਥ ਲਿਖ ਦੇਣੀ ਹੈ। ਫਿਰ ਕੈਟਾਗਰੀ ਕਿਹੜੀ ਹੈ ਤੁਹਾਡੀ, ਤੁਸੀਂ ਟਿਕ ਲਗਾ ਦੇਣਾ। ਜਰਨਲ ਹੈ ਤਾਂ ਜਰਨਲ ਦਾ ਟਿਕ ਲਗਾ ਦਿਓ, ਐਸਸੀ ਹੈ ਤਾਂ ਐਸਸੀ ਦੇ ਲਗਾ ਦਿਓ। ਜਿਹੜੀ ਤੁਹਾਡੀ ਕਾਸਟ ਹੈ ਤੁਸੀਂ ਉੱਤੇ ਟਿਕ ਲਗਾ ਦਿਓ। ਫਿਰ ਕਾਸਟ ਹੈ ਕਿਹੜੀ ਤੁਹਾਡੀ, ਰਾਮਦਾਸੀ ਹੈ, ਮਹਿਰਾ ਕਿਹੜੀ ਹੈ ਤੁਹਾਡੀ, ਉਹ ਤੁਸੀਂ ਇੱਥੇ ਲਿਖ ਦੇਣੀ ਹੈ। ਨੈਸ਼ਨਲਿਟੀ ਇਹ ਸਾਰੇ ਨੇ ਇੰਡੀਅਨ ਨੇ ਭਰਨਾ। ਰਿਲੀਜਨ ਕਿਹੜਾ ਤੁਹਾਡਾ, ਸਿੱਖ ਹੈ, ਹਿੰਦੂ ਹੈ, ਤੁਸੀਂ ਜੋ ਵੀ ਹੈਗੇ ਹੋ ਤੁਸੀਂ ਇੱਥੇ ਮੈਂਸ਼ਨ ਕਰ ਦੇਣਾ। ਤੁਸੀਂ ਬॉय ਹੋ, ਗਰਲ ਹੋ, ਤੁਸੀਂ ਉਹ ਇੱਥੇ ਮੈਂਸ਼ਨ ਕਰ ਦੇਣਾ। ਹੈਂਡੀਕੈਪ ਤੁਸੀਂ ਹੈਗੇ ਹੋ ਜਾਂ ਨਹੀਂ ਹੋ, ਜੇ ਹੈਗੇ ਹੋ ਤਾਂ ਯੈਸ ਕਰ ਦਿਓ, ਨਹੀਂ ਹੋ ਤਾਂ ਨੋ ਕਰ ਦਿਓ। ਇਫ ਯੈਸ, ਜੇ ਤੁਸੀਂ ਯੈਸ ਕਰਦੇ ਹੋ ਦੈਨ ਟਾਈਪ ਆਫ ਹੈਂਡੀਕੈਪ, ਤਾਂ ਤੁਸੀਂ ਕਿਸ ਤਰੀਕੇ ਦਾ ਤੁਹਾਡਾ ਹੈਂਡੀਕੈਪ ਹੈ ਤੁਹਾਡਾ ਉਹ ਤੁਸੀਂ ਇੱਥੇ ਮੈਂਸ਼ਨ ਕਰ ਦੇਣਾ। ਤੁਹਾਡੇ ਸਰਟੀਫਿਕੇਟ ਤੇ ਵੀ ਲਿਖਿਆ ਹੋਊਗਾ। ਨੇਮ ਆਫ ਦਾ ਬੈਂਕ, ਤੁਹਾਡੀ ਜਿਹੜੀ ਕਾਪੀ ਬਣੀ ਹੋਈ ਹੈ ਉੱਥੇ ਬੈਂਕ ਦਾ ਨਾਮ ਕਿਹੜਾ ਤੁਹਾਡਾ ਤੁਸੀਂ ਉਹ ਲਿਖ ਦੇਣਾ ਇੱਥੇ। ਜਿਵੇਂ ਸਟੇਟ ਬੈਂਕ ਆਫ ਇੰਡੀਆ ਮੈਂ ਲਿਖਿਆ ਹੋਇਆ ਇੱਥੇ। ਬ੍ਰਾਂਚ ਕਿਹੜੀ ਹੈ, ਬ੍ਰਾਂਚ ਮੀਨਸ ਮਤਲਬ ਕਿ ਦੇਖੋ ਇਹ ਡਿਸਟ੍ਰਿਕਟ ਹੈ ਜਿਵੇਂ ਪਟਿਆਲਾ, ਔਰ ਬ੍ਰਾਂਚ ਕਿੱਥੇ ਹੈ, ਫਰਜ਼ ਕਰੋ ਤੁਹਾਡਾ ਪਿੰਡ ਦਾ ਨਾਮ ਜਿਹੜਾ ਬਹਾਦਰਗੜ੍ਹ ਹੈ ਤੇ ਉਹ ਬੈਂਕ ਜਿਹੜਾ ਬਹਾਦਰਗੜ੍ਹ ਦੇ ਵਿੱਚ ਹੈ, ਫਿਰ ਤੁਸੀਂ ਉੱਥੇ ਭਰੋਗੇ। ਨਹੀਂ ਤਾਂ ਤੁਸੀਂ ਆਪਣੀ ਕਾਪੀ ਤੇ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਵੀ ਬ੍ਰਾਂਚ ਤੋਂ ਅੱਗੇ ਕਿਹੜਾ ਨਾਮ ਲਿਖਿਆ ਤੁਸੀਂ ਉਹ ਲਿਖਣਾ। ਸਟੂਡੈਂਟਸ ਬੈਂਕ ਅਕਾਊਂਟ ਨੰਬਰ ਤੁਸੀਂ ਇੱਥੇ ਆਪਣਾ ਅਕਾਊਂਟ ਨੰਬਰ ਲਿਖ ਦੇਣਾ। ਨੈਕਸਟ ਹੈਗਾ IFSC ਕੋਡ। ਇਹ ਤੁਹਾਡੀ ਸਾਰਿਆਂ ਦੇ ਇੱਥੇ ਕਾਪੀ ਤੇ ਲਿਖਿਆ ਹੋਊਗਾ, ਮੈਂ ਤੁਹਾਨੂੰ ਇੱਥੇ ਦਿਖਾ ਵੀ ਦਿੰਦਾ। ਜਿਵੇਂ ਇੱਥੇ ਇੱਕ ਕਾਪੀ ਆਪਣੇ ਕੋਲ ਯੂਨੀਅਨ ਬੈਂਕ ਵਾਲੀ, ਇੱਥੇ ਲਿਖਿਆ ਹੋਇਆ ਦੇਖੋ IFSC ਕੋਡ। ਇਹ ਇਸ ਤਰ੍ਹਾਂ ਦਾ ਲਿਖਿਆ ਹੋਊਗਾ ਤੁਹਾਡੇ ਕੋਲ UBINO, ਇਸ ਤਰ੍ਹਾਂ ਜਿਹਦਾ ਵੀ ਜਿਹੜਾ ਬੈਂਕ ਆ ਉਹਦਾ ਪਹਿਲਾਂ ਜਿੱਦਾਂ SBI ਦਾ, ਸਟੇਟ ਬੈਂਕ ਆਫ ਇੰਡੀਆ, ਉਹਦਾ ਸਟਾਰਟ ਹੋਊਗਾ ਜਿੱਦਾਂ SBIN। ਇਸ ਤਰੀਕੇ ਦੇ ਇੰਗਲਿਸ਼ ਤੋਂ ਹਮੇਸ਼ਾ ਸਟਾਰਟ ਹੋਊਗਾ। ਫਿਰ ਉਸ ਤੋਂ ਬਾਅਦ ਜਿਹੜੇ ਮੈਥਮੈਟੀਕਲ ਜਿਹੜੇ ਨੰਬਰ ਲਿਖੇ ਹੋਣਗੇ। ਨੈਕਸਟ ਆ ਤੁਹਾਡੇ ਕੋਲ ਹਾਈਟ ਆਫ ਦਾ ਸਟੂਡੈਂਟ ਇਨ ਸੈਂਟੀਮੀਟਰ, ਤੁਸੀਂ ਆਪਣੀ ਸੈਂਟੀਮੀਟਰ ਦੇ ਹਾਈਟ ਕਿੰਨੀ ਹੈ ਉਹ ਲਿਖ ਦੇਣੀ ਇੱਥੇ। ਤੁਹਾਡਾ weight ਕਿੰਨਾ ਤੁਸੀਂ ਉਹ ਲਿਖ ਦੇਣਾ ਇੱਥੇ। ਬਲੱਡ ਗਰੁੱਪ ਕਿਹੜਾ ਤੁਸੀਂ ਉਹ ਮੈਂਸ਼ਨ ਕਰ ਦੇਣਾ। ਜਿਹਨੂੰ ਬਲੱਡ ਗਰੁੱਪ ਨਹੀਂ ਪਤਾ, ਜਦ ਤੁਸੀਂ ਆਪਣਾ ਮੈਡੀਕਲ ਕਰਾਉਣ ਜਾਓਗੇ ਉੱਥੇ ਫਿਰ ਤੁਹਾਡਾ ਉਹ ਚੈੱਕ ਕਰਨਗੇ ਤੇ ਤੁਸੀਂ ਇੱਥੇ ਲਿਖ ਸਕਦੇ ਹੋ। ਐਨੀ ਪ੍ਰੀਵੀਅਸ ਏਲਮੈਂਟ ਐਂਡ ਤੁਸੀਂ ਛੱਡ ਦਿਓ। ਇਹਦਾ ਮਤਲਬ ਹੈ ਵੀ ਕੋਈ ਤੁਹਾਡੀ ਬਿਮਾਰੀ ਤਾਂ ਨਹੀਂ ਹੈਗੀ ਤੁਹਾਨੂੰ ਕੋਈ ਪੁਰਾਣੀ। ਨੈਕਸਟ ਆਪਣੇ ਕੋਲ ਪਰਮਾਨੈਂਟ ਐਡਰੈਸ, ਵਿਲੇਜ, ਪੋਸਟ ਆਫਿਸ। ਤੁਸੀਂ ਇੱਥੇ ਪੂਰਾ ਜਿਹੜਾ ਆਪਣਾ ਪਿੰਡ ਦਾ ਨਾਮ, ਡਾਕਖਾਨਾ ਕਿਹੜਾ ਤੁਹਾਡਾ, ਫਿਰ ਉਸ ਤੋਂ ਬਾਅਦ ਤਹਿਸੀਲ ਕਿਹੜੀ ਹੈ ਉਹ ਲਿਖ ਦੇਣੀ ਹੈ, ਡਿਸਟ੍ਰਿਕਟ ਕਿਹੜਾ ਉਹ ਲਿਖ ਦੇਣਾ। ਕੰਸਟੀਚੁਐਂਸੀ ਨੇਮ, ਸਟੇਟ MLA, ਤੁਹਾਡੀ ਸਟੇਟ ਦਾ ਜਿਹੜਾ MLA ਕੌਣ ਹੈ ਤੁਸੀਂ ਉਹ ਲਿਖਣਾ ਇੱਥੇ। MP ਕੌਣ ਹੈ ਤੁਸੀਂ ਉਹ ਲਿਖ ਦੇਣਾ। ਇਹ ਤੁਸੀਂ ਖਾਲੀ ਵੀ ਛੱਡ ਸਕਦੇ ਹੋ, ਤੁਸੀਂ ਸਕੂਲ ਵਾਲਿਆਂ ਨੂੰ ਪੁੱਛ ਕੇ ਭਰ ਲਿਓ ਵੀ ਕੀ ਲਿਖਣਾ ਇੱਥੇ ਤੁਸੀਂ। ਪਿੰਨ ਕੋਡ ਤੁਸੀਂ ਆਪਣੇ ਇਲਾਕੇ ਦਾ ਜਿਹੜਾ ਪਿੰਨ ਕੋਡ ਆ ਉਹ ਲਿਖ ਦੇਣਾ। ਤੁਹਾਡੇ ਆਧਾਰ ਕਾਰਡ ਦੇ ਪਿੱਛੇ ਲਿਖਿਆ ਹੋਊਗਾ, ਜਿੱਦਾਂ ਪਟਿਆਲੇ ਦਾ ਹੁੰਦਾ 147002, ਇਸ ਤਰ੍ਹਾਂ ਦਾ ਕੁਝ ਜਿਹੜਾ ਤੁਹਾਡੇ ਇਲਾਕੇ ਦਾ ਤੁਹਾਡੇ ਆਧਾਰ ਕਾਰਡ ਦੇ ਪਿੱਛੇ ਹੀ ਲਿਖਿਆ ਹੋਊਗਾ, ਤੁਸੀਂ ਉਹ ਚੈੱਕ ਕਰਕੇ ਇੱਥੇ ਮੈਂਸ਼ਨ ਕਰ ਸਕਦੇ ਹੋ। ਮੋਬਾਈਲ ਨੰਬਰ ਤੁਸੀਂ ਇੱਥੇ ਲਿਖ ਸਕਦੇ ਹੋ, ਆਪਣਾ ਦੇ ਸਕਦੇ ਹੋ, ਆਪਣੇ ਮਦਰ ਦਾ, ਆਪਣੇ ਫਾਦਰ ਦਾ ਤੁਸੀਂ ਦੇਖ ਸਕਦੇ ਹੋ ਇੱਥੇ। ਈਮੇਲ ਕਿਹੜੀ ਹੈ, ਈਮੇਲ ਦੇ ਵਿੱਚ ਕਾਫੀ ਜ਼ਿਆਦਾ ਸਟੂਡੈਂਟ ਨੂੰ ਕਨਫਿਊਜ਼ਨ ਹੈ ਕਿ ਈਮੇਲ ਅਸੀਂ ਆਪਣਾ ਨਵੀਂ ਬਣਾਉਣੀ ਹੈ ਜਾਂ ਆਪਾਂ ਜਿਹੜੇ ਕੋਲ ਪੁਰਾਣੀ ਹੈ ਉਹੀ ਭਰ ਦੇਣੀ ਹੈ। ਦੇਖੋ ਈਮੇਲ ਤੁਸੀਂ ਉਹੀ ਭਰੋ ਜਿਹੜਾ ਤੁਹਾਨੂੰ ਪਾਸਵਰਡ ਯਾਦ ਹੈ, ਚਾਹੇ ਉਹ ਤੁਹਾਡੀ ਬ੍ਰਦਰ ਦੀ ਹੈ ਚਾਹੇ ਤੁਹਾਡੇ ਸਿਸਟਰ ਦੀ ਹੈ, ਪਰ ਤੁਹਾਨੂੰ ਪਾਸਵਰਡ ਯਾਦ ਹੋਣਾ ਚਾਹੀਦਾ ਵੀ ਕੱਲ ਨੂੰ ਤੁਹਾਨੂੰ ਸਕੂਲ ਦੇ ਵਿੱਚ ਕੋਈ ਲੋੜ ਪੈ ਜਾਏ ਉੱਥੇ ਓਪਨ ਕਰਨ ਦੀ ਈਮੇਲ ਦੀ, ਤਾਂ ਤੁਹਾਨੂੰ ਪਾਸਵਰਡ ਪਤਾ ਹੋਵੇ। ਇਹ ਤੁਸੀਂ ਬਸ ਈਮੇਲ ਉਹ ਬਣਾਉਣੀ ਆ। ਸੋ ਜਿਹਨੂੰ ਪਾਸਵਰਡ ਆਪਣੀ ਪੁਰਾਣੀ ਜਿਹੜਾ ਹੈਗਾ ਉਹ ਈਮੇਲ ਦਾ ਨਹੀਂ ਪਤਾ, ਸੋ ਇਸ ਕਰਕੇ ਉਹ ਸਟੂਡੈਂਟ ਫਿਰ ਆਪਣੀ ਨਵੀਂ ਬਣਾ ਕੇ ਮਤਲਬ ਕਿ ਇੱਥੇ ਤੁਸੀਂ ਮੈਂਸ਼ਨ ਕਰ ਸਕਦੇ ਹੋ। ਨੇਮ ਆਫ ਦਾ ਪ੍ਰੀਵੀਅਸ ਸਕੂਲ, ਤੁਹਾਡਾ ਪੁਰਾਣਾ ਜਿਹੜਾ ਸਕੂਲ ਕਿਹੜਾ ਸੀਗਾ ਉਹਦਾ ਤੁਸੀਂ ਨਾਮ ਇੱਥੇ ਲਿਖਣਾ। ਜਿਨ੍ਹਾਂ ਨੇ 10th ਪਾਸ ਕੀਤੀ ਆ ਉਹ 10th ਵਾਲਾ ਲਿਖ ਦੇਣਾ ਇੱਥੇ। ਇੱਥੇ ਤੁਸੀਂ ਆਪਣਾ 10th ਵਾਲਾ ਜਿਹੜਾ ਸਕੂਲ ਦਾ ਤੁਸੀਂ ਨਾਮ ਲਿਖ ਦੇਣਾ ਇੱਥੇ। ਮੀਡੀਅਮ ਆਫ ਪ੍ਰੀਵੀਅਸ ਸਟੱਡੀ, ਤੁਹਾਡਾ ਮੀਡੀਅਮ ਕਿਹੜਾ ਸੀਗਾ, ਪੰਜਾਬੀ ਸੀ, ਇੰਗਲਿਸ਼ ਸੀਗਾ, ਜੋ ਵੀ ਸੀਗਾ ਤੁਸੀਂ ਇੱਥੇ ਮੈਂਸ਼ਨ ਕਰ ਦੇਣਾ। ਅਚੀਵਮੈਂਟ ਇਨ ਸਪੋਰਟਸ ਇਫ ਐਨੀ, ਜੇ ਤੁਸੀਂ ਕੋਈ ਡਿਸਟ੍ਰਿਕਟ ਲੈਵਲ ਖੇਡੇ ਹੋ, ਕੋਈ ਸਟੇਟ ਲੈਵਲ ਖੇਡੇ ਹੋ ਸਕੂਲ ਦੇ ਵਿੱਚ, ਫਿਰ ਤੁਸੀਂ ਇੱਥੇ ਮੈਂਸ਼ਨ ਕਰ ਦੇਣਾ ਹੈ ਕਿ ਸਟੇਟ ਲੈਵਲ
ਜਾਂ ਤੁਸੀਂ ਮੈਂਸ਼ਨ ਕਰ ਦੋਗੇ ਡਿਸਟ੍ਰਿਕਟ ਲੈਵਲ, ਜਿਹੜੀ ਵੀ ਫਿਰ ਗੇਮ ਦਾ ਨਾਮ ਹੈ ਤੁਸੀਂ ਉਹ ਇੱਥੇ ਮੈਂਸ਼ਨ ਕਰ ਦੋਗੇ ਨਾਲ। ਕੋ ਕਰਿਕੂਲਰ ਅਚੀਵਮੈਂਟ ਇਫ ਐਨੀ, ਜੇ ਕੋਈ ਤੁਹਾਡੇ ਕਿਸੇ ਹੋਰ ਫੰਕਸ਼ਨ ਵਿੱਚ ਤੁਸੀਂ ਕੋਈ ਅਵਾਰਡ ਵਗੈਰਾ ਤੁਸੀਂ ਕੋਈ ਜਿੱਤਿਆ ਤੁਸੀਂ ਉਹ ਇੱਥੇ ਮੈਂਸ਼ਨ ਕਰ ਦੋਗੇ। ਅਕੈਡਮਿਕ ਰਿਕਾਰਡ ਆਫ ਪ੍ਰੀਵੀਅਸ ਕਲਾਸ ਮੈਟ੍ਰਿਕੂਲੇਸ਼ਨ, ਕਿਹੜੇ ਸਾਲ ਦੇ ਵਿੱਚ ਤੁਸੀਂ 10th ਜਿਹੜੀ ਹੈ ਕਲੀਅਰ ਕੀਤੀ ਉਹ ਲਿਖ ਦੇਣੀ ਇੱਥੇ। ਜੋ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਕਿ 2022 ਦੇ ਵਿੱਚ ਜਿਹੜੀ ਹੈਗੀ ਆ 22-23 ਦਾ ਸੈਸ਼ਨ ਜਿਹੜਾ ਹੈਗਾ ਉਹ ਤੁਹਾਡਾ 10th ਦਾ ਸੀਗਾ, ਤੁਸੀਂ ਉਹ ਇੱਥੇ ਮੈਂਸ਼ਨ ਕਰ ਦੇਣਾ। ਬੋਰਡ ਦਾ ਰੋਲ ਨੰਬਰ, ਤੁਹਾਡਾ ਰੋਲ ਨੰਬਰ ਕੀ ਸੀ ਇੱਥੇ ਲਿਖ ਦੇਣਾ। ਰਜਿਸਟ੍ਰੇਸ਼ਨ ਨੰਬਰ ਕਿਹੜਾ ਸੀਗਾ, ਟੋਟਲ ਮਾਰਕਸ ਕਿੰਨੇ ਆਏ, ਟੋਟਲ ਮਾਰਕਸ ਮਤਲਬ ਕਿ ਕਿੰਨੇ ਵਿੱਚੋਂ ਤੁਹਾਡਾ ਪੇਪਰ ਹੋਇਆ, ਜਿਵੇਂ ਮਤਲਬ ਕਿ ਤੁਹਾਡਾ 600 ਦੇ ਵਿੱਚੋਂ ਹੋਇਆ, ਮਾਰਕਸ ਅਬਟੇਨਡ ਤੁਹਾਡੇ ਕਿੰਨੇ ਸੀਗੇ। ਫਰਜ਼ ਕਰੋ ਤੁਹਾਡੇ 550 ਜਿਹੜੇ ਮਾਰਕਸ ਸੀਗੇ ਤੁਸੀਂ ਇੱਥੇ ਲਿਖ ਦੇਣੇ ਆ। ਪਰਸੈਂਟੇਜ ਕਿਵੇਂ ਕੱਢਣੀ ਆ, ਕਈ ਸਟੂਡੈਂਟ ਨੂੰ ਨਹੀਂ ਪਤਾ ਲੱਗਦਾ ਮੌਕੇ ਤੇ, ਤਾਂ ਫੋਨ ਦੇ ਵਿੱਚ ਤੁਹਾਡੇ ਕੋਲ ਕੈਲਕੂਲੇਟਰ ਹੋਊਗਾ, ਤੁਸੀਂ ਕੀ ਕਰਨਾ ਉੱਥੇ ਤਾਂ ਜਿੰਨੇ ਤੁਹਾਡੇ ਮਾਰਕਸ ਆਏ ਤੁਸੀਂ ਉਹ ਲਿਖ ਦੇਣੇ ਆ। 550 ਉਹਨੂੰ ਡਿਵਾਈਡ ਕਰ ਦੇਣਾ ਟੋਟਲ ਦੇ ਵਿੱਚੋਂ, ਮਲਟੀਪਲਾਈ ਕਰ ਦੇਣਾ 100 ਦੇ ਨਾਲ। ਇਹ ਸਾਰਿਆਂ ਕੋਲ ਫੋਨ ਹੋਊਗਾ ਹੀ ਉਦੋਂ, ਜਾਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਕੋਲ ਫੋਨ ਨੇ ਹੱਥਾਂ ਦੇ ਵਿੱਚ, ਤੁਸੀਂ ਉੱਥੇ ਕੱਢ ਕੇ ਆਪਣੀ ਪਰਸੈਂਟੇਜ ਜਿਹੜੀ ਹੈ ਐਗਜ਼ੈਕਟ ਤੁਸੀਂ ਉੱਥੇ ਲਿਖ ਦੇਣੀ ਹੈ। ਜਿਵੇਂ ਹੁਣ ਇਸ ਨੰਬਰ ਨਾਲ ਪਰਸੈਂਟੇਜ ਬਣਦੀ ਹੈ 91.66, ਇਹ ਤੁਸੀਂ ਇੱਥੇ ਮੈਂਸ਼ਨ ਕਰ ਦੇਣੀ ਹੈ। ਨੇਮ ਆਫ ਦਾ ਸਕੂਲ, ਤੁਹਾਡੇ ਸਕੂਲ ਦਾ ਨਾਮ ਕਿਹੜਾ ਸੀਗਾ ਉਹ ਤੁਸੀਂ ਇੱਥੇ ਲਿਖ ਦੇਣਾ। ਡਿਟੇਲ ਆਫ ਸਕੂਲ ਲਿਵਿੰਗ ਸਰਟੀਫਿਕੇਟ, ਜਿਹੜਾ ਤੁਸੀਂ ਸਕੂਲ ਲਿਵਿੰਗ ਸਰਟੀਫਿਕੇਟ ਲਓਗੇ ਉਹਦਾ ਤੁਸੀਂ ਇੱਥੇ ਮੈਂਸ਼ਨ ਕਰ ਦੇਣਾ। ਨੈਕਸਟ ਆਪਣੇ ਕੋਲ ਪੇਰੈਂਟ ਗਾਰਡੀਅਨ ਇਨਫੋਰਮੇਸ਼ਨ, ਫਾਦਰ ਦੀ ਡਿਟੇਲ, ਫਾਦਰ ਦਾ ਨਾਮ ਤੁਸੀਂ ਇੱਥੇ ਇੰਗਲਿਸ਼ ਦੇ ਵਿੱਚ ਲਿਖਣਾ। ਇੱਥੇ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਕੈਪੀਟਲ ਦੇ ਵਿੱਚ ਹੀ ਲਿਖਣਾ, ਤੁਸੀਂ ਨਾਰਮਲ ਜਿਹੜਾ ਹੈਗਾ ਜਿਸ ਤਰ੍ਹਾਂ ਲਿਖਦੇ ਹੋ ਉਦਾਂ ਵੀ ਲਿਖ ਸਕਦੇ ਹੋ। ਫਿਰ ਨੀਚੇ ਪੰਜਾਬੀ 'ਚ ਲਿਖ ਦੇਣਾ। ਕੁਆਲੀਫਿਕੇਸ਼ਨ ਉਹਨਾਂ ਦੀ ਕੀ ਹੈ, 10th ਹੈ ਤਾਂ 10th ਲਿਖ ਦਿਓ, +2 ਹੈ ਤਾਂ +2 ਲਿਖ ਦਿਓ। ਆਕੂਪੇਸ਼ਨ ਕੀ ਹੈ, ਯਾਨੀ ਕੰਮ ਕੀ ਕਰਦੇ ਨੇ, ਜੇ ਫਾਰਮਰ ਹੈ ਤਾਂ ਫਾਰਮਰ ਲਿਖ ਦਿਓ, ਜੇ ਕੋਈ ਸ਼ੌਪਕੀਪਰ ਨੇ ਤਾਂ ਫਿਰ ਸ਼ੌਪਕੀਪਰ ਲਿਖ ਦਿਓ, ਕੋਈ ਜੌਬ ਕਰਦੇ ਆ ਤਾਂ ਫਿਰ ਉੱਥੇ ਜੌਬ ਲਿਖ ਦਿਓ। ਲੈਂਡਲਾਈਨ ਨੰਬਰ ਜੇ ਤੁਹਾਡੇ ਕੋਲ ਹੈਗਾ ਤਾਂ ਲਿਖ ਦਿਓ, ਨਹੀਂ ਤਾਂ ਤੁਸੀਂ ਇਹਨੂੰ ਖਾਲੀ ਛੱਡ ਦਿਓ। ਮੋਬਾਈਲ ਨੰਬਰ ਤੁਹਾਡਾ ਕੀ ਹੈ ਫਾਦਰ ਦਾ ਉਹ ਤੁਸੀਂ ਇੱਥੇ ਲਿਖ ਦੇਣਾ। ਆਧਾਰ ਕਾਰਡ ਦਾ ਨੰਬਰ ਕੀ ਹੈ ਤੁਸੀਂ ਉਹ ਇੱਥੇ ਮੈਂਸ਼ਨ ਕਰ ਦੇਣਾ ਉਹਨਾਂ ਦਾ। ਫਿਰ ਇਸੇ ਤਰੀਕੇ ਨਾਲ ਮਦਰ ਦੀ ਡਿਟੇਲ ਭਰ ਦੇਣੀ ਹੈ, ਨਾਮ ਉਹਨਾਂ ਦਾ ਇੰਗਲਿਸ਼ ਦੇ ਵਿੱਚ, ਪੰਜਾਬੀ ਦੇ ਵਿੱਚ, ਕੁਆਲੀਫਿਕੇਸ਼ਨ, ਆਕੂਪੇਸ਼ਨ, ਇੱਥੇ ਸਾਰਿਆਂ ਦਾ ਤਕਰੀਬਨ ਹਾਊਸ ਵਾਈਫ ਹੀ ਲਿਖਣਗੇ ਇੱਥੇ ਸਾਰੇ, ਪਰ ਜਿਨ੍ਹਾਂ ਦੇ ਕੋਈ ਜੇ ਜੌਬ ਵਗੈਰਾ ਕਰਦੇ ਆ ਫਿਰ ਤੁਸੀਂ ਇੱਥੇ ਲਿਖ ਸਕਦੇ ਹੋ ਜੌਬ। ਲੈਂਡਲਾਈਨ ਨੰਬਰ ਜੇ ਹੈਗਾ ਤਾਂ ਲਿਖ ਦਿਓ। ਮੋਬਾਈਲ ਨੰਬਰ ਇਹ ਤੁਸੀਂ ਸੇਮ ਵੀ ਲਿਖ ਸਕਦੇ ਹੋ, ਫਾਦਰ ਦਾ ਮਦਰ ਦਾ ਇੱਕ ਵੀ ਲਿਖ ਸਕਦੇ ਹੋ, ਕੋਈ ਜ਼ਰੂਰੀ ਨਹੀਂ ਹੈਗਾ। ਆਧਾਰ ਕਾਰਡ ਨੰਬਰ ਤੁਸੀਂ ਮਦਰ ਦਾ ਇਹ ਤੁਸੀਂ ਅਲੱਗ ਹੀ ਲਿਖਣਾ ਜਿਹੜਾ ਉਹਨਾਂ ਦਾ ਆਧਾਰ ਕਾਰਡ ਦਾ ਨੰਬਰ ਹੈ। ਨੈਕਸਟ ਹੈਗਾ ਆਪਣੇ ਕੋਲ ਗਾਰਡੀਅਨ ਇਨਫੋਰਮੇਸ਼ਨ। ਗਾਰਡੀਅਨ ਉਹ ਨੇ ਜਿਨ੍ਹਾਂ ਨੇ ਮਤਲਬ ਕਿ ਤੁਹਾਡੇ ਉੱਤੇ, ਤੁਹਾਡੇ ਤੋਂ ਇਲਾਵਾ ਤੁਹਾਨੂੰ ਕੋਈ ਸਕੂਲ ਤੋਂ ਬਾਹਰ ਲੈ ਕੇ ਜਾ ਸਕਦਾ ਹੈ, ਉਹਨਾਂ ਦਾ ਨਾਮ ਤੁਸੀਂ ਇੱਥੇ ਲਿਖਣਾ ਇੰਗਲਿਸ਼ ਦੇ ਵਿੱਚ, ਪੰਜਾਬੀ ਦੇ ਵਿੱਚ, ਕੁਆਲੀਫਿਕੇਸ਼ਨ, ਆਕੂਪੇਸ਼ਨ, ਲੈਂਡਲਾਈਨ ਨੰਬਰ ਸੇਮ ਉਸੇ ਤਰੀਕੇ ਨਾਲ, ਉਹਨਾਂ ਦਾ ਮੋਬਾਈਲ ਨੰਬਰ ਤੇ ਆਧਾਰ ਕਾਰਡ ਨੰਬਰ ਜਿਹੜਾ ਇੱਥੇ ਲਿਖਣਾ ਉਹਨਾਂ ਦਾ। ਨੈਕਸਟ ਹੈਗਾ ਆਪਣੇ ਕੋਲ ਐਨੂਅਲ ਇਨਕਮ ਆਫ ਪੇਰੈਂਟਸ ਇਨ ਫਿਗਰ, ਇੱਥੇ ਐਨੂਅਲ ਇਨਕਮ ਲਿਖ ਦੇਣੀ ਹੈ ਪੇਰੈਂਟਸ ਦੀ, ਵਰਡ ਦੇ ਵਿੱਚ ਲਿਖ ਦੇਣੀ ਹੈ। ਫਿਰ ਇੱਥੇ ਜਿਹਦਾ ਕਿਹਦਾ ਦੇਖੋ ਇਨਕਮ ਸਰਟੀਫਿਕੇਟ ਬਣਿਆ ਹੋਇਆ ਤੁਸੀਂ ਆਪਣਾ ਨਾਮ ਲੈ ਜਾਓ ਉੱਥੇ, ਜੇ ਨਹੀਂ ਬਣਿਆ ਹੋਇਆ ਤਾਂ ਉਹਨਾਂ ਤੋਂ ਕਨਫਰਮ ਕਰ ਲਿਓ। ਕਈ ਸਕੂਲਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਫਾਰਮ ਦੇ ਵਿੱਚ ਲਿਖਵਾ ਲਿਆ ਜਾਂਦਾ, ਉੱਥੇ ਜਿਹੜੀ ਆ ਨੀਡ ਨਹੀਂ ਉਹਨਾਂ ਨੂੰ ਇਨਕਮ ਸਰਟੀਫਿਕੇਟ ਦੀ। ਸੋ ਜਿਨ੍ਹਾਂ ਕੋਲ ਹੈਗਾ ਉਹ ਤਾਂ ਠੀਕ ਹੈ, ਪਰ ਜਿਨ੍ਹਾਂ ਕੋਲ ਨਹੀਂ ਹੈਗਾ ਉਹ ਸਕੂਲ ਦੇ ਵਿੱਚ ਜਾ ਕੇ ਆਪਣਾ ਕਨਫਰਮ ਕਰਕੇ ਫਿਰ ਬਾਅਦ ਚ ਉਹਨਾਂ ਨੂੰ ਤੁਸੀਂ ਦੇ ਸਕਦੇ ਹੋ। ਇੱਥੇ ਸਾਈਨ ਆਫ ਸਟੂਡੈਂਟ ਤੁਹਾਡੇ ਸਾਈਨ ਹੋ ਜਾਣਗੇ, ਤੁਹਾਡੇ ਫਾਦਰ ਦੇ ਸਾਈਨ, ਤੁਹਾਡੇ ਮਦਰ ਦੇ ਸਾਈਨ, ਫਿਰ ਇੱਥੇ ਕਲਾਸ ਟੀਚਰ ਸਿਗਨੇਚਰ ਦੇ ਸਾਈਨ ਹੋ ਜਾਣਗੇ। ਇੰਸਟਰਕਸ਼ਨ ਪੜ੍ਹ ਲੈਣੇ ਪਹਿਲਾਂ ਤੇ ਕੀ ਲਿਖਿਆ, ਨੇਮ ਆਫ ਦਾ ਸਟੂਡੈਂਟ, ਫਾਦਰਸ ਨੇਮ, ਮਦਰ ਨੇਮ, ਡੇਟ ਆਫ ਬਰਥ, ਆਲ ਸ਼ੁੱਡ ਬੀ ਸਟ੍ਰਿਕਟਲੀ ਅਕੋਰਡਿੰਗ ਟੂ ਮੈਟ੍ਰਿਕੂਲੇਸ਼ਨ ਸਰਟੀਫਿਕੇਟ। ਜਿਹੜਾ ਤੁਸੀਂ ਆਪਣਾ ਨਾਮ, ਫਾਦਰ ਦਾ ਨਾਮ, ਮਦਰ ਦਾ ਨਾਮ, ਡੇਟ ਆਫ ਬਰਥ ਜੋ ਵੀ ਕੁਝ ਭਰਨਾ ਤੁਸੀਂ ਉਹ ਆਪਣਾ ਧਿਆਨ ਰੱਖਣਾ ਕਿ ਜਿਹੜਾ ਤੁਹਾਡਾ 10th ਦਾ ਸਰਟੀਫਿਕੇਟ ਹੈ ਜੋ ਉਹਦੇ ਵਿੱਚ ਲਿਖਿਆ ਤੁਸੀਂ ਉਹੀ ਭਰਨਾ। ਸਟੂਡੈਂਟ ਮਸਟ ਬ੍ਰਿੰਗ ਦਾ ਫੋਲੋਇੰਗ, ਸਟੂਡੈਂਟ ਨੇ ਕੀ ਕੀ ਨਾਲ ਲੈ ਕੇ ਜਾਣਾ, ਹੁਣ ਆਪਾਂ ਉਹ ਦੇਖ ਲੈਂਦੇ ਆ। ਪਹਿਲਾਂ ਡਾਕੂਮੈਂਟ ਦੇਖ ਲੈਂਦੇ ਆ। ਇਨਕਮ ਟੈਕਸ ਸਰਟੀਫਿਕੇਟ, ਮੈਂ ਉਹੀ ਪਹਿਲਾਂ ਵੀ ਗੱਲ ਕਰਕੇ ਹਟਿਆ ਤੁਹਾਡੇ ਕੋਲ ਵੀ ਕਈ ਸਕੂਲ ਦੇ ਵਿੱਚ ਤਾਂ ਉੱਥੇ ਹੀ ਜਿਹੜਾ ਕਾਲਮ ਤੁਹਾਨੂੰ ਮੈਂ ਦਿਖਾਇਆ ਉੱਥੇ ਲਿਖਵਾ ਲੈਂਦੇ ਨੇ ਤੇ ਉਹ ਕਹਿ ਦਿੰਦੇ ਨੇ ਵੀ ਕੋਈ ਗੱਲ ਨਹੀਂ ਇਨਕਮ ਟੈਕਸ ਸਰਟੀਫਿਕੇਟ ਦੀ ਲੋੜ ਨਹੀਂ, ਪਰ ਜਿੱਥੇ ਲੋੜ ਹੈਗੀ ਆ ਉਹ ਆਪਣੇ ਸਕੂਲ ਵਾਲੇ ਕਹਿ ਵੀ ਸਕਦੇ ਨੇ ਕਿਸੇ ਨੂੰ। ਤੇ ਜੇ ਕਿਸੇ ਦਾ ਬਣਿਆ ਹੋਇਆ ਤਾਂ ਆਪਣੀਆਂ ਇੱਥੇ 10 ਕਾਪੀਆਂ ਜਿਹੜੀਆਂ ਹੈਗੀਆਂ ਉਹ ਹੁਣ 10 ਕਾਪੀਆਂ ਨਹੀਂ ਉਹ ਲੈਂਦੇ, ਉਹ 2-2 ਕਾਪੀਆਂ ਮਤਲਬ ਕਿ ਲੈ ਰਹੇ ਨੇ। ਫਿਰ ਉਸ ਤੋਂ ਬਾਅਦ ਐਸਸੀ ਦੀਆਂ 2 ਜਾਂ 3 ਕਾਪੀਆਂ ਤੁਸੀਂ ਆਪਣੇ ਨਾਲ ਲੈ ਜਾਣਾ। ਤੁਹਾਡੇ ਜਿਹਨਾਂ ਕੋਲ ਐਸਸੀ ਐਸਸੀ BC ਹੈ ਤਾਂ BC ਜਿਹੜੇ ਤੁਹਾਡੀ ਕਾਸਟ ਦਾ ਸਰਟੀਫਿਕੇਟ ਹੈਗਾ ਤੁਸੀਂ ਉਹਦੀ ਕਾਪੀਆਂ ਜਿਹੜੀਆਂ ਨਾਲ ਲੈ ਜਾਣੀਆਂ। 10th ਦਾ DMC ਦੀ ਵੀ ਹੈਗੀਆਂ 2 ਕਾਪੀਆਂ। ਕਰੈਕਟਰ ਸਰਟੀਫਿਕੇਟ ਫਰੋਮ ਪ੍ਰੀਵੀਅਸ ਸਕੂਲ, ਤੁਸੀਂ ਆਪਣਾ ਕਰੈਕਟਰ ਸਰਟੀਫਿਕੇਟ ਲੈ ਕੇ ਜਾਣਾ। ਇਹ ਤੁਸੀਂ ਓਰੀਜਨਲ ਜਿਹੜਾ ਹੈਗਾ ਉੱਥੇ ਜਮ੍ਹਾਂ ਕਰਾਉਣਾ। ਤੁਸੀਂ ਆਪਣੇ ਕੋਲ ਜਿਹੜੀ ਹੈਗੀ ਇੱਕ ਕਾਪੀ ਜਿਹੜੀ ਕਰਵਾ ਕੇ ਰੱਖ ਸਕਦੇ ਹੋ ਇਹਦੀ। ਨੈਕਸਟ ਆਧਾਰ ਕਾਰਡ ਸਟੂਡੈਂਟ, ਇਹ ਵੀ ਤੁਸੀਂ 5 ਕਾਪੀਆਂ ਨਾਲ ਲੈ ਜਿਓ। ਆਧਾਰ ਕਾਰਡ ਫਾਦਰ ਦੀਆਂ 2 ਕਾਪੀਆਂ, ਮਦਰ ਦੀਆਂ 2 ਕਾਪੀਆਂ। ਫੋਟੋ ਸਟੂਡੈਂਟ ਇਹ 10 ਦੀ ਬਜਾਏ ਤੁਸੀਂ ਇੱਥੇ 15 ਨਾਲ ਲੈ ਜਾਓ ਕਿਉਂਕਿ ਉੱਥੇ ਜ਼ਿਆਦਾ ਜਿਹੜੀ ਲੋਡ ਪੈ ਜਾਂਦੀ ਕਈ ਵਾਰੀ। ਫੋਟੋ ਫਾਦਰ ਐਂਡ ਮਦਰ ਈਚ, ਫਾਦਰ ਮਦਰ ਦੀ ਜਿਹੜੀ ਫੋਟੋ ਆ ਉਹ 5-5 ਉਹ ਤੁਸੀਂ ਨਾਲ ਲੈ ਜਾਓ। ਗਰੁੱਪ ਫੋਟੋ ਸਟੂਡੈਂਟ ਫਾਦਰ ਐਂਡ ਮਦਰ ਔਰ ਗਾਰਡੀਅਨ, ਫਾਦਰ ਮਦਰ ਨਾਲ ਇੱਕ ਗਰੁੱਪ ਤੁਸੀਂ ਫੋਟੋ ਕਰਨੀ ਆ ਆਪਣੇ। 5 ਫੋਟੋਆਂ ਜਿਹੜੀ ਤੁਸੀਂ ਆਪਣੀ ਨਾਲ ਲੈ ਜਾਓ। ਸੈਲਫ ਡੈਕਲੇਰੇਸ਼ਨ 5 ਕਾਪੀਜ਼ ਅਬਾਊਟ ਕਾਸਟ, ਰਿਲੀਜਨ ਐਂਡ ਇਨਕਮ, ਇਹ ਤੁਸੀਂ ਸਕੂਲ ਦੇ ਵਿੱਚ ਕਨਫਰਮ ਕਰਦੇ ਹੋ। ਉਹਨਾਂ ਨੇ ਕਈ
ਵਾਰੀ ਬਣਾ ਕੇ ਰੱਖਿਆ ਹੁੰਦਾ ਪਰਫਾਰਮਾ, ਉਹ ਤੇ ਸਾਈਨ ਕਰਨੇ ਹੁੰਦੇ ਆ। ਜੇ ਤੁਹਾਨੂੰ ਕਹਿਣਗੇ ਤਾਂ ਤੁਸੀਂ ਬਣਾ ਕੇ ਜਿਹੜਾ ਕਚਹਿਰੀਆਂ ਦੇ ਵਿੱਚੋਂ ਉਹਨਾਂ ਨੂੰ ਦੇ ਦਿਓ, ਉਹ ਬਾਅਦ ਵਿੱਚ ਤੁਸੀਂ ਜਮ੍ਹਾਂ ਕਰਾ ਸਕਦੇ ਹੋ, ਪਰ ਇੱਕ ਵਾਰੀ ਪਹਿਲਾਂ ਸਕੂਲ 'ਚ ਜਾ ਕੇ ਆਪਣਾ ਕਨਫਰਮ ਜ਼ਰੂਰ ਕਰ ਲਓ ਇਹ ਵਾਲਾ। ਨੈਕਸਟ ਮੈਡੀਕਲ ਸਰਟੀਫਿਕੇਟ ਫਰੋਮ ਸਿਵਲ ਹਸਪੀਟਲ 4 ਕਾਪੀਜ਼। ਮੈਡੀਕਲ ਸਰਟੀਫਿਕੇਟ ਜਿਹੜਾ ਹੈਗਾ ਤੁਸੀਂ ਉਹ ਇਹਦੇ ਫਾਰਮ ਦੇ ਵਿੱਚ ਇੱਥੇ ਅਟੈਚ ਕੀਤਾ ਹੋਇਆ। ਜਿਹਨੂੰ ਫਾਰਮ ਦੀ PDF ਚਾਹੀਦੀ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ WhatsApp ਦਾ ਜਿਹੜਾ ਗਰੁੱਪ ਦਾ ਦਿੱਤਾ ਹੋਇਆ ਉੱਥੇ ਜਾ ਕੇ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਸਕਦੇ ਹੋ, ਤੇ ਜਾਂ ਫਿਰ ਟੈਲੀਗ੍ਰਾਮ ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਤੇ ਤੁਹਾਨੂੰ ਮੈਂ ਜਿਹੜਾ ਅੱਜ ਦੀ PDF ਹੈ ਇਹ ਤੁਹਾਨੂੰ ਅਸੀਂ ਅਵੇਲੇਬਲ ਕਰਾ ਦਾਂਗੇ, ਤੇ ਤੁਸੀਂ ਇਹਦੇ ਵਿੱਚੋਂ ਜਿਹੜਾ ਮੈਡੀਕਲ ਸਰਟੀਫਿਕੇਟ ਕੱਢ ਕੇ ਤੇ ਇਹਦੇ ਵਿੱਚੋਂ ਫਿਰ ਤੁਸੀਂ ਮੈਡੀਕਲ ਸਰਟੀਫਿਕੇਟ ਦਾ ਜਿਹੜਾ ਫਾਰਮ ਆ ਉਹ ਕੱਢ ਕੇ ਤੁਸੀਂ ਡਾਕਟਰ ਦੇ ਸਾਈਨ ਕਰਾਣੇ ਨੇ ਜਾ ਕੇ। ਨੈਕਸਟ ਸਕੂਲ ਲੀਵਿੰਗ ਸਰਟੀਫਿਕੇਟ ਫਰੋਮ ਪ੍ਰੀਵੀਅਸ ਸਕੂਲ, ਇਹ ਮੈਂ ਤੁਹਾਨੂੰ ਦੱਸ ਹੀ ਦਿੱਤਾ, ਤੁਸੀਂ ਇਹ ਲੈ ਕੇ ਜਾਣਾ ਨਾਲ। ਨੈਕਸਟ ਅਪਡੇਟਡ ਫੋਟੋ ਕਾਪੀ ਆਫ ਪਾਸਬੁੱਕ, ਤੁਹਾਡੀ ਜਿਹੜੀ ਪਾਸਬੁੱਕ ਦੀ ਕਾਪੀ ਆ ਉਹ ਅਪਡੇਟਡ ਹੋਣੀ ਚਾਹੀਦੀ ਆ। ਇਹ ਨਾ ਹੋਵੇ ਮਤਲਬ ਕਿ ਉਹ 'ਚ ਜਿਹੜੀਆਂ ਐਂਟਰੀਆਂ ਉਹ ਸਾਲ ਪੁਰਾਣੀਆਂ ਹੋਣ, ਉਹ ਤੁਹਾਡੀ ਮਤਲਬ ਕਿ ਲੇਟੈਸਟ ਜਿਹੜੀ ਆ ਤੁਸੀਂ ਐਂਟਰੀ ਕਰਵਾ ਕੇ ਕਾਪੀ ਤੇ ਉਹ ਤੁਸੀਂ ਨਾਲ ਲੈ ਕੇ ਜਾਣੀ ਹੈ। ਨੈਕਸਟ ਵੈਲਿਡ ਈਮੇਲ ID, ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੱਤਾ। ਕਲੀਅਰ ਫੋਲਡਰ, ਇੱਕ ਹਿਸਾਬ ਦੀ ਫਾਈਲ ਜਿਹੜੀ ਹੈ ਤੁਸੀਂ ਨਾਲ ਲੈ ਜਾਓ ਆਪਣੇ। ਨੈਕਸਟ ਜਿਹੜਾ ਹੈਗਾ ਐਸੈਂਸ਼ੀਅਲ ਆਈਟਮ ਕਿਹੜੀਆਂ ਨੇ, ਡੇਲੀ ਨੀਡ ਜਿਵੇਂ ਲਾਈਕ ਮੱਗ, ਬਕਟ, ਸੋਪ, ਆਇਲ, ਕੰਬ, ਟਾਵਲ ਐਕਸੈਟਰਾ, ਇਹ ਤੁਸੀਂ ਨਾਲ ਲੈ ਕੇ ਜਾਣੀ ਹੈ। ਬੈਡਿੰਗ ਮੀਨ ਤੁਸੀਂ ਆਪਣਾ ਜਿਹੜਾ ਬਿਸਤਰਾ ਉਹ ਤੁਸੀਂ ਨਾਲ ਲੈ ਕੇ ਜਾਣਾ ਹੈ। ਚੱਦਰ ਹੋ ਗਈ, ਗੱਦਾ ਹੋ ਗਿਆ, ਉਹ ਤੁਸੀਂ ਆਪਣਾ ਨਾਲ ਲੈ ਕੇ ਜਾਣਾ ਇੱਥੇ। ਜਿਸ ਤਰੀਕੇ ਨਾਲ ਵੀ ਕੰਫਰਟੇਬਲ ਤੁਸੀਂ ਆਪਣੇ ਘਰ ਦੇ ਵਿੱਚ ਸੌਂਦੇ ਹੋ ਉਸੇ ਤਰੀਕੇ ਦਾ ਜਿਹੜਾ ਬਿਸਤਰਾ ਹੈਗਾ ਉਹ ਤੁਸੀਂ ਆਪਣਾ ਨਾਲ ਲੈ ਕੇ ਜਾਇਓ। ਜਿਹੜਾ ਕੋਈ ਸਰਾਣੇ ਨਾਲ ਜਿਹਨੂੰ ਨੀਂਦ ਆਉਂਦੀ ਹੈ ਉਹ ਸਰਾਣਾ ਲੈ ਜਾਓ, ਜਿਹਨੂੰ ਨਹੀਂ ਆਉਂਦੀ ਸਰਾਣੇ ਨਾਲ ਨੀਂਦ ਨਾਲ ਲੈ ਕੇ ਜਾਓ। 2 ਲੌਕਸ, 2 ਜਿਹੜੇ ਤਾਲੇ ਤੁਸੀਂ ਆਪਣੇ ਨਾਲ ਲੈ ਕੇ ਜਾਣੇ ਆ। ਮੌਸਕੀਟੋ ਰਿਪੇਲਮੈਂਟ, ਇਹ ਜਿਹੜਾ ਕੋਈ ਤੁਸੀਂ ਮੱਛਰਾਂ ਨੂੰ ਭਜਾਉਣ ਵਾਲਾ ਕੋਈ ਜਿਹੜੀ ਆਪਣੀ ਆਲ ਆਊਟ ਹੈਗੀ, ਜਾਂ ਮਤਲਬ ਕਿ ਜਿਹੜਾ ਜਾਂ ਤੁਸੀਂ ਆਪਣੀ ਇੱਕ ਮੱਛਰਦਾਨੀ ਵੀ ਤੁਸੀਂ ਆਪਣੀ ਨਾਲ ਲੈ ਕੇ ਜਾ ਸਕਦੇ ਹੋ। ਕਈ ਸਟੂਡੈਂਟ ਮੱਛਰ ਬਹੁਤ ਲੜਦੇ ਨੇ, ਫਿਰ ਆਪਣੀ ਮੱਛਰਦਾਨੀ ਨਾਲ ਲੈ ਜਾਓ, ਉੱਥੇ ਜਾ ਕੇ ਆਪਣੇ ਮੰਜੇ ਦੇ ਨਾਲ ਜਿਹੜੀ ਆ ਲਗਾਤੀ ਆਪਣੇ ਬੈੱਡ ਦੇ ਉੱਪਰ। ਅਸੈਂਸ਼ੀਅਲ ਕਲੋਥਸ ਅਕੋਰਡਿੰਗ ਟੂ ਸੀਜ਼ਨ, ਜਿਹੜੇ ਤੁਹਾਡੇ ਕੱਪੜੇ ਨੇ ਅਕੋਰਡਿੰਗ ਟੂ ਸੀਜ਼ਨ, ਗਰਮੀਆਂ ਤਾਂ ਗਰਮੀਆਂ ਵਾਲੇ, ਸਰਦੀਆਂ ਤਾਂ ਸਰਦੀਆਂ ਵਾਲੇ, ਉਹ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ। ਵਾਟਰ ਬੋਟਲ, ਤੁਸੀਂ ਆਪਣੇ ਪਾਣੀ ਦੀ ਬੋਤਲ ਜਿਹੜੀ ਆ ਤੁਸੀਂ ਆਪਣੀ ਜ਼ਰੂਰ ਕੋਈ ਸਟੀਲ ਵਾਲੀ ਬੋਤਲ ਲੈ ਲਓ। ਪਲਾਸਟਿਕ ਵਾਲੇ ਦੇ ਵਿੱਚ ਕਈ ਵਾਰ ਸਮੈਲ ਆਉਣ ਲੱਗ ਜਾਂਦੀ ਹੈ, ਇਸ ਕਰਕੇ ਕੋਈ ਸਟੀਲ ਵਾਲੀ ਵਧੀਆ ਜਿਹੀ ਬੋਤਲ ਤੁਸੀਂ ਆਪਣੇ ਕੋਲ ਰੱਖ ਲਓ, ਤਾਂ ਜੋ ਉਹਦੇ ਵਿੱਚ ਕੋਈ ਸਮੈਲ ਵਗੈਰਾ ਦੀ ਪ੍ਰੋਬਲਮ ਨਾ ਹੋਵੇ। ਤੇ ਗਰਮੀਆਂ ਦੇ ਵਿੱਚ ਵੀ ਫਿਰ ਉਹ ਈਜ਼ੀ ਜਿਹੜੀ ਆ ਉਹ ਕੈਰੀ ਕਰਨੀ ਵੀ ਠੀਕ ਰਹਿੰਦੀ ਆ, ਔਰ ਪਾਣੀ ਵੀ ਉਹਦੇ ਵਿੱਚ ਤਕਰੀਬਨ ਠੰਡਾ ਹੀ ਰਹਿੰਦਾ। ਇਹ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਤੁਸੀਂ ਲੈ ਸਕਦੇ ਹੋ। ਜਿਹੜੀ ਨੋਟ ਅਲਾਉਡ ਹੈਗੀਆਂ, ਕਿਹੜੀ ਚੀਜ਼ਾਂ ਨਹੀਂ ਨੋਟ ਚਾਹੀਦੀਆਂ ਸਾਨੂੰ ਉੱਥੇ, ਚਾਕੂ ਨਹੀਂ ਚਾਹੀਦਾ ਤੁਹਾਨੂੰ, ਕਟਰ ਨਹੀਂ ਚਾਹੀਦਾ, ਕੋਈ ਬਲੇਡ ਨਹੀਂ ਚਾਹੀਦਾ, ਐਟਸੈਟਰਾ। ਅਗਰਬੱਤੀ, ਮੈਚ ਬਾਕਸ, ਕੈਂਡਲ, ਇਹ ਵੀ ਤੁਸੀਂ ਲੈ ਕੇ ਜਾ ਸਕਦੇ। ਇਲੈਕਟ੍ਰਿਕ ਅਪਲਾਈਂਸ ਲਾਈਕ ਆਇਰਨ, ਹੀਟਰ, ਇਹ ਵੀ ਤੁਸੀਂ ਲੈ ਕੇ ਜਾ ਸਕਦੇ। ਡਿਜੀਟਲ ਅਪਲਾਈਂਸ ਲਾਈਕ ਸੈੱਲ ਫੋਨ, ਵੀਡੀਓ ਗੇਮਸ, ਰੇਡੀਓ, ਕੈਮਰਾ ਐਟਸੈਟਰਾ, ਤੁਸੀਂ ਕੁਝ ਵੀ ਇਸ ਤਰੀਕੇ ਦਾ ਕੋਈ ਚੀਜ਼ ਜਿਹੜੀ ਆ ਉੱਥੇ ਨਾਲ ਨਹੀਂ ਲੈ ਕੇ ਜਾ ਸਕਦੇ। ਨੋ ਵੈਲਿਊਏਬਲ ਐਕਸਪੈਂਸਿਵ ਆਈਟਮ, ਗੋਲਡ ornament, ਕੈਸ਼ ਨੋਟ ਮੋਰ ਦੈਨ 500 ਤੋਂ ਬਾਅਦ ਤੁਸੀਂ ਆਪਣੇ ਕੋਲ ਕੈਸ਼ ਨਹੀਂ ਰੱਖਣਾ। ਤੇ ਕੋਈ ਸੋਨੇ ਦੀ ਚੀਜ਼ ਜਿਹੜੀ ਆ, ਕੋਈ ਮੁੰਦਰੀ ਵਗੈਰਾ ਕਿਸੇ ਨੇ ਪਾਈ ਹੋਈ ਆ, ਕੋਈ ਕਾਂਟੇ ਪਾਏ ਹੋਏ ਨੇ, ਉਹ ਹੁਣੇ ਆਪਣੇ ਉਤਾਰ ਕੇ ਘਰ ਰੱਖ ਦਿਓ, ਤਾਂ ਜੋ ਕੱਲ ਨੂੰ ਉੱਥੇ ਕੋਈ ਮਿਸਨੈਪਿੰਗ ਹੁੰਦੀ ਆ, ਕੋਈ ਚੋਰੀ ਵਗੈਰਾ ਹੋ ਜਾਂਦੀ ਆ, ਕਿਉਂਕਿ ਕਿਸੇ ਦਾ ਆਪਾਂ ਕੁਝ ਕਹਿ ਨਹੀਂ ਸਕਦੇ ਹੁੰਦੇ। ਸੋ ਇਸ ਕਰਕੇ ਆਪਣੀ ਜਿਹੜੀ ਕੋਈ ਵੀ ਜਿਹੜੀ ਕੀਮਤੀ ਚੀਜ਼ ਆ ਤੁਸੀਂ ਉੱਥੇ ਨਾਲ ਲੈ ਕੇ ਜਾਓ ਤਾਂ ਜ਼ਿਆਦਾ ਹੀ ਵਧੀਆ ਗੱਲ ਹੈ। ਨੈਕਸਟ ਤੁਹਾਨੂੰ ਇਸ ਤਰੀਕੇ ਦਾ ਉੱਥੇ ਫਾਰਮ ਮਿਲੂਗਾ, ਚੈੱਕ ਲਿਸਟ, ਜਿਵੇਂ ਵੀ ਤੁਸੀਂ ਇਨਕਮ ਟੈਕਸ ਸਰਟੀਫਿਕੇਟ ਜਮ੍ਹਾਂ ਕਰਾਤਾ ਜਾਂ ਨਹੀਂ ਕਰਾਤਾ। ਜੇ ਯੈਸ ਹੈ ਤਾਂ ਯੈਸ ਤੇ ਟਿਕ ਕਰ ਦੋਗੇ, ਜੇ ਨੋ ਹੈ ਤਾਂ ਨੋ ਤੇ ਟਿਕ ਕਰ ਦੋਗੇ। ਸੋ ਇਸੇ ਤਰੀਕੇ ਨਾਲ ਜਿਹੜੇ ਅੱਗੇ ਕਾਲਮ ਨੇ SC ਵਾਲੇ ਵੀ ਕਿਹੜਾ ਸਰਟੀਫਿਕੇਟ ਤੁਸੀਂ ਜਮ੍ਹਾਂ ਕਰਾਇਆ, 10th ਦਾ DMC ਹੋ ਗਿਆ, ਕਰੈਕਟਰ ਸਰਟੀਫਿਕੇਟ ਹੋ ਗਿਆ, ਜੋ ਵੀ ਮਤਲਬ ਕਿ ਹੈਗਾ, ਯੈਸ ਹੈ ਤਾਂ ਯੈਸ ਤੇ ਟਿਕ ਕਰੀ ਜਾਓਗੇ, ਨੋ ਹੈ ਤਾਂ ਨੋ ਤੇ ਟਿਕ ਕਰ ਦੋ। ਨੈਕਸਟ ਤੁਹਾਨੂੰ ਇੱਕ ਹੋਸਟਲ ਐਡਮਿਸ਼ਨ ਫਾਰਮ ਮਿਲੂਗਾ, ਉਹਦੇ ਵਿੱਚ ਰੂਮ ਨੰਬਰ ਤੁਹਾਨੂੰ ਸਕੂਲ ਵੱਲੋਂ ਅਲਾਟ ਕੀਤਾ ਜਾਊਗਾ, ਤੁਹਾਡਾ ਐਡਮਿਸ਼ਨ ਨੰਬਰ ਲਿਖਿਆ ਜਾਊਗਾ ਇੱਥੇ, ਤੁਹਾਡਾ ਨਾਮ, ਫਾਦਰ ਦਾ ਨੇਮ, ਮਦਰ ਨੇਮ, ਕਲਾਸ ਕਿਹੜੀ ਹੈ, ਸੈਕਸ਼ਨ, ਸਟਰੀਮ, ਜੈਂਡਰ, ਡੇਟ ਆਫ ਬਰਥ, ਪਰਮਾਨੈਂਟ ਐਡਰੈਸ, ਇੱਥੇ ਸਾਰਾ ਕੁਝ ਲਿਖਿਆ ਹੋਊਗਾ। ਤੁਹਾਡੀ ਫੋਟੋ ਇੱਥੇ ਲੱਗੂਗੀ ਨਾਲ, ਪਿੰਨ ਕੋਡ ਕਿਹੜਾ, ਤੁਹਾਡਾ ਮੋਬਾਈਲ ਨੰਬਰ, ਇੱਥੇ ਸਭ ਕੁਝ ਲਿਖਿਆ ਜਾਊਗਾ। ਸਾਈਨ ਆਫ ਸਟੂਡੈਂਟ, ਤੁਸੀਂ ਇੱਥੇ ਆਪਣੇ ਸਾਈਨ ਕਰਨੇ ਨੇ। ਨੈਕਸਟ ਹੈਗਾ ਡਿਕਲੇਰੇਸ਼ਨ ਬਾਏ ਪੇਰੈਂਟਸ, ਇੱਥੇ ਪੇਰੈਂਟਸ ਵੱਲੋਂ ਜਿਹੜਾ ਹੈਗਾ ਇੱਕ ਡਿਕਲੇਰੇਸ਼ਨ ਦਿੱਤੀ ਜਾਊਗੀ, ਜਿਸਦੇ ਵਿੱਚ ਦੇਖੋ ਇੱਥੇ ਉਹਨਾਂ ਦਾ ਨਾਮ ਆ ਜਾਊਗਾ, ਇੱਥੇ ਤੁਹਾਡੇ ਫਾਦਰ ਦਾ ਨਾਮ ਮੈਂਸ਼ਨ ਹੋ ਜਾਊਗਾ। ਫਿਰ ਇੱਥੇ ਨੈਕਸਟ ਕਾਲਮ 'ਚ ਮੈਂਸ਼ਨ ਹੋਊਗਾ ਤੁਹਾਡੇ ਫਾਦਰ ਦੇ ਫਾਦਰ ਦਾ ਨਾਮ, ਯਾਨੀ ਸਨ ਆਫ, ਜਾਂ ਤੁਹਾਡੇ ਮਦਰ ਭਰ ਰਹੇ ਨੇ ਫਿਰ ਡਾਟਰ ਆਫ, ਯਾਨੀ ਤੁਹਾਡੇ ਮਦਰ ਦੇ ਫਾਦਰ ਦਾ ਨਾਮ, ਉਹ ਇੱਥੇ ਮੈਂਸ਼ਨ ਹੋਊਗਾ। ਹੂ ਇਜ਼ ਐਡਮਿਟਡ ਇਨ ਕਲਾਸ, ਇੱਥੇ ਤੁਹਾਡੀ ਕਲਾਸ ਲਿਖੀ ਜਾਊਗੀ, ਸਟਰੀਮ ਕਿਹੜਾ ਲਿਆ ਤੁਸੀਂ ਉਹ ਲਿਖਿਆ ਜਾਊਗਾ। ਡਿਊਰਿੰਗ ਦਾ ਸੈਸ਼ਨ 2023-24 ਲਿਖਿਆ ਜਾਊਗਾ ਇੱਥੇ, ਇਹ ਤੁਸੀਂ ਪੜ੍ਹ ਵੀ ਸਕਦੇ ਹੋ ਵੀ ਕੀ ਲਿਖਿਆ। ਆਈ ਐਗਰੀ ਫॉर ਹਿਸ ਹਰ ਸਟੇ ਇਨ ਹੋਸਟਲ, ਸ਼ੀ ਜਾਂ ਹੀ ਵਿਲ ਨੋਟ ਪਾਰਟਿਸਿਪੇਟ ਇਨ ਐਨੀ ਕਾਈਂਡ ਆਫ ਮਿਸਚੀਫ ਐਕਟੀਵਿਟੀ ਲਾਈਕ ਰੈਗਿੰਗ ਐਟਸੈਟਰਾ। ਇਹ ਤੁਹਾਡਾ ਰੈਗਿੰਗ ਦਾ ਤੁਹਾਡੇ ਕੋਲ ਇੱਕ ਡਿਕਲੇਰੇਸ਼ਨ ਮੰਗਿਆ ਜਾ ਰਿਹਾ ਹੈ ਕਿ ਤੁਸੀਂ ਕੋਈ ਵੀ ਕਿਸੇ ਤਰੀਕੇ ਦੀ ਰੈਗਿੰਗ ਜਿਹੜੀ ਉੱਥੇ ਨਹੀਂ ਕਰੋਗੇ, ਕਿਉਂਕਿ ਲੀਗਲੀ ਜਿਹੜੀ ਹੈ ਇਹ ਬੰਦ ਕਰ ਦਿੱਤੀ ਗਈ ਹੈ। My ward will follow all the rules and regulation of the school, ਤੇ ਅਸੀਂ ਸਾਰੇ ਜਿਹੜੇ ਰੂਲ ਰੈਗੂਲੇਸ਼ਨ ਆ ਸਕੂਲ ਦੇ ਫੋਲੋ ਕਰਾਂਗੇ। I permit following person to meet
ਟੇਕ ਮਾਈ ਵਾਰਡ ਡਿਊਰਿੰਗ ਹੋਲੀਡੇਜ਼। ਫਿਰ ਦੱਸਿਆ ਜਾ ਰਿਹਾ ਕਿ ਜਿਹੜੇ ਨੀਚੇ ਜਿਹੜੇ ਪਰਸਨ ਮੈਂ ਜਿਨ੍ਹਾਂ ਦੇ ਨਾਮ ਮੈਂਸ਼ਨ ਕਰ ਰਿਹਾ, ਇਹ ਜਿਹੜੇ ਹੋਲੀਡੇ ਦੌਰਾਨ ਜਿਹੜੇ ਮੇਰੇ ਸਟੂਡੈਂਟ ਨੂੰ ਜਾਂ ਮੇਰੇ ਬੇਟੇ ਬੇਟੀ ਨੂੰ ਮਿਲ ਸਕਦੇ ਨੇ। ਇੱਥੇ ਫੋਟੋਗ੍ਰਾਫ ਲੱਗ ਜੂਗੀ ਆਫ ਫਾਦਰ, ਫੋਟੋਗ੍ਰਾਫ ਆਫ ਮਦਰ, ਫੋਟੋਗ੍ਰਾਫ ਆਫ ਲੋਕਲ ਗਾਰਡੀਅਨ, ਸਿਗਨੇਚਰ ਹੋ ਜਾਣਗੇ ਉਹਨਾਂ ਦੇ। ਫਿਰ ਲੋਕਲ ਗਾਰਡੀਅਨ ਦੀ ਦੇਖੋ ਇੱਥੇ ਆ ਗਈ। ਇੱਥੇ ਮਤਲਬ ਕਿ 4 ਲੋਕਲ ਗਾਰਡੀਅਨ ਵੀ, ਇਹਨਾਂ ਵਿੱਚੋਂ ਤੁਸੀਂ 4 ਜਿਹੜੇ ਕੋਈ ਉਹਨਾਂ ਨੂੰ ਨਾਮ ਦੱਸ ਸਕਦੇ ਹੋ, ਉਹਨਾਂ ਦੀ ਫੋਟੋ ਇੱਥੇ ਲੱਗ ਜਾਣਗੀਆਂ। ਉਹਨਾਂ ਚੋਂ ਕੋਈ ਵੀ ਜਿਹੜਾ ਤੁਹਾਨੂੰ ਆ ਕੇ ਛੁੱਟੀ ਵਾਲੇ ਦਿਨ ਲੈ ਕੇ ਜਾ ਸਕਦਾ। ਨੈਕਸਟ ਇੱਥੇ ਸਿਗਨੇਚਰ ਆਫ ਪੇਰੈਂਟ ਐਂਡ ਸਿਗਨੇਚਰ ਆਫ ਪ੍ਰਿੰਸੀਪਲ ਵਿਦ ਸਟੈਂਪ। ਨੈਕਸਟ ਆ ਗਿਆ ਆਪਣੇ ਕੋਲ ਮੈਡੀਕਲ ਫਿਟਨੈਸ ਸਰਟੀਫਿਕੇਟ, ਜਿਹੜਾ ਤੁਸੀਂ ਭਰ ਕੇ ਡਾਕਟਰ ਕੋਲ ਲੈ ਕੇ ਜਾ ਸਕਦੇ ਹੋ। ਨੇਮ ਕੀ ਹੈ ਤੁਹਾਡਾ, ਡਾਟਰ ਆਫ ਜਾਂ ਸਨ ਆਫ, ਏਜ ਤੁਹਾਡੀ ਕਿੰਨੀ ਹੈ, ਮੈਡੀਕਲ ਚੈੱਕਅਪ ਦੇ ਵਿੱਚ ਬਲੱਡ ਇਨਵੈਸਟੀਗੇਸ਼ਨ ਉਹ ਤੁਹਾਡਾ ਚੈੱਕ ਕੀਤਾ ਜਾਊਗਾ ਵੀ ਕਿਹੜਾ ਬਲੱਡ ਗਰੁੱਪ ਹੈ। TLC ਆਮ ਜਿਹੇ ਟੈਸਟ ਹੁੰਦੇ ਨੇ, ਇਹ ਚੈੱਕ ਹੋ ਜਾਂਦੇ ਨੇ। ਹਾਈਟ ਕਿੰਨੀ ਹੈ ਤੁਹਾਡੀ, weight ਕਿੰਨਾ ਹੈ, ਆਈਸਾਈਟ ਕਿੰਨੀ ਹੈ ਤੁਹਾਡੀ, ਸਪੈਕਟਰਲ ਵੀ ਤੁਸੀਂ ਚਸ਼ਮਾ ਤੁਹਾਡੇ ਲੱਗਿਆ ਜਾਂ ਨਹੀਂ ਲੱਗਿਆ। ਮੈਡੀਕਲ ਹਿਸਟਰੀ ਵੀ, ਜੇ ਕੋਈ ਬਿਮਾਰੀ ਤਾਂ ਨਹੀਂ ਤੁਹਾਨੂੰ, ਕੋਈ ਡਰਗ ਰਿਐਕਸ਼ਨ, ਕੋਈ ਤੁਸੀਂ ਨਸ਼ਾ ਵਗੈਰਾ ਤਾਂ ਨਹੀਂ ਕਰਦੇ। ਅਦਰ ਪ੍ਰੋਬਲਮ, ਜੇ ਕੋਈ ਹੋਰ ਪ੍ਰੋਬਲਮ ਹੋਏ ਤਾਂ ਇੱਥੇ ਮੈਂਸ਼ਨ ਕਰ ਦਿੱਤੀ ਜਾਊਗੀ। ਪਰ ਅਦਰਵਾਈਜ਼ ਜਿਹੜੇ ਨੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਨਹੀਂ, ਸੋ ਇਸ ਕਰਕੇ ਉਹ ਡਾਕਟਰ ਲੈਂਗੁਏਜ ਜੋ ਵੀ ਲਿਖਣਾ ਚਾਹੁੰਦੇ ਨੇ ਉਹ ਲਿਖ ਸਕਦੇ ਨੇ। ਔਰ ਟਾਈਫਾਇਡ, ਮਲੇਰੀਆ, ਸਕਿਨ ਪ੍ਰੋਬਲਮ, ਫਿਟਸ ਜੋ ਵੀ ਤੁਹਾਨੂੰ ਹੋਈ ਤਾਂ ਇੱਥੇ ਜਿਹੜੀ ਡਿਟੇਲ ਉਹਦੀ ਮੈਂਸ਼ਨ ਕਰ ਦਿੱਤੀ ਜਾਊਗੀ। ਜਿਵੇਂ ਕਈ ਵਾਰ ਕਿਸੇ ਨੂੰ ਸਕਿਨ ਦੀ ਅਲਰਜੀ ਹੁੰਦੀ ਆ, ਫਿਰ ਇੱਥੇ ਡਾਕਟਰ ਲਿਖ ਦਿੰਦੇ ਹੁੰਦੇ ਨੇ ਕਿ ਇਹ ਜਿਹੜੀ ਮੈਡੀਸਨ ਆਪਾਂ ਇਹਨੂੰ ਰਿਕਮੈਂਡ ਕਰਦੇ ਆ। ਇੱਥੇ ਡਾਕਟਰ ਦੀ ਮੋਹਰ ਲੱਗ ਜੂਗੀ। ਇੱਥੇ ਫਿਰ ਤੁਹਾਡੀ ਫੋਟੋ, ਤੁਹਾਡੇ ਸਾਈਨ ਜਿਹੜੇ ਇੱਥੇ ਹੋ ਜਾਣਗੇ। ਇਨ ਕੇਸ ਆਫ ਐਨੀ ਪ੍ਰੀਵੀਅਸ ਐਲੀਮੈਂਟ ਅਟੈਚ ਫੋਟੋਕਾਪੀ ਆਫ ਡਾਕਟਰ ਪ੍ਰੈਸਕ੍ਰਿਪਸ਼ਨ ਐਂਡ ਕੰਪਲੀਟ ਹਿਸਟਰੀ। ਕਹਿੰਦੇ ਜੇ ਤੁਹਾਨੂੰ ਕੋਈ ਪੁਰਾਣੀ ਕੋਈ ਬਿਮਾਰੀ ਹੈਗੀ ਆ ਤਾਂ ਤੁਸੀਂ ਉਹਦੀ ਜਿਹੜੀ ਡਿਟੇਲ ਦੀ ਕਾਪੀ ਜਿਹੜੀ ਇੱਥੇ ਨਾਲ ਲਗਾ ਸਕਦੇ ਹੋ। ਕੋਈ ਡਾਕਟਰ ਵੱਲੋਂ ਤੁਹਾਨੂੰ ਦਵਾਈਆਂ ਜਿਹੜਾ ਮੈਂਸ਼ਨ ਕੀਤੀਆਂ ਗਈਆਂ, ਤੁਸੀਂ ਉਹਨਾਂ ਦੀ ਜਿਹੜੀ ਪਰਚੀ ਆ ਤੁਸੀਂ ਉਹ ਵੀ ਇੱਥੇ ਨਾਲ ਲਗਾ ਸਕਦੇ ਹੋ। ਨੈਕਸਟ ਹੈਗਾ ਜੀ ਘੋਸ਼ਣਾ ਪੱਤਰ। ਮੈਂ ਯਾਨੀ ਇਹ ਤੁਹਾਡੇ ਫਾਦਰ ਮਦਰ ਵੱਲੋਂ ਦਿੱਤਾ ਜਾਊਗਾ, ਉਹ ਇੱਥੇ ਲਿਖ ਦੇਣਾ। ਉਹਨਾਂ ਨੇ ਆਪਣਾ ਨਾਮ ਲਿਖ ਦੇਣਗੇ। ਇੱਥੇ ਉਹਨਾਂ ਦੇ ਆਪਣੇ ਫਾਦਰ ਦਾ ਨਾਮ ਆ ਜਾਊਗਾ, ਪਿੰਡ ਦਾ ਨਾਮ ਆ ਜਾਊਗਾ। ਇੱਥੇ ਪਿਤਾ ਨੇ ਜਾਂ ਮਾਤਾ ਨੇ, ਜੇ ਪਿਤਾ ਨੇ ਤਾਂ ਇੱਥੇ ਪਿਤਾ ਲਿਖ ਦੇਣਾ, ਜੇ ਮਾਤਾ ਨੇ ਤਾਂ ਇੱਥੇ ਮਾਤਾ ਲਿਖ ਦੇਣਾ। ਰਜਿਸਟ੍ਰੇਸ਼ਨ ਨੰਬਰ, ਤੁਹਾਡਾ ਰਜਿਸਟ੍ਰੇਸ਼ਨ ਨੰਬਰ ਸਕੂਲ ਦਾ ਜਿਹੜਾ ਤੁਹਾਨੂੰ ਅਲਾਟ ਹੋਊਗਾ ਤੁਸੀਂ ਉਹ ਇੱਥੇ ਲਿਖ ਦੇਣਾ। ਸਟਰੀਮ ਕਿਹੜੀ ਹੈ ਤੁਹਾਡੀ ਉਹ ਇੱਥੇ ਲਿਖੀ ਜਾਊਗੀ। ਸਕੂਲ ਦਾ ਨਾਮ ਜਿਹੜਾ ਇੱਥੇ ਲਿਖਿਆ ਜਾਊਗਾ ਵੀ ਮੈਰੀਟੋਰੀਅਸ ਸਕੂਲ, ਜੇ ਬਠਿੰਡਾ ਤਾਂ ਇੱਥੇ ਬਠਿੰਡਾ ਲਿਖ ਦੇਣਾ ਤੁਸੀਂ, ਜੇ ਪਟਿਆਲਾ ਤਾਂ ਫਿਰ ਤੁਸੀਂ ਇੱਥੇ ਪਟਿਆਲਾ ਲਿਖ ਦੇਣਾ। ਹੇਠ ਲਿਖੇ ਅਨੁਸਾਰ ਘੋਸ਼ਣਾ ਕਰਦਾ ਹਾਂ ਜਾਂ ਕਰਦੀ ਹਾਂ। ਇਹ ਤੁਸੀਂ ਫਾਰਮ ਦੇ ਵਿੱਚ ਆਪਣੇ ਧਿਆਨ ਨਾਲ ਜਿਹੜੀਆਂ ਦਿੱਤੀਆਂ ਇਹਨਾਂ ਨੇ ਕੰਡੀਸ਼ਨਾਂ ਤੁਸੀਂ ਉਹ ਪੜ੍ਹ ਦਿਓ। ਇੱਥੇ ਨੀਚੇ ਜਿਹੜੇ ਹੈਗੇ ਲੈਫਟ ਸਾਈਡ ਤੁਹਾਡੇ ਸਾਈਨ ਹੋ ਜਾਣਗੇ ਤੇ ਰਾਈਟ ਸਾਈਡ ਤੁਹਾਡੇ ਪੇਰੈਂਟ ਦੇ ਸਾਈਨ ਹੋ ਜਾਣਗੇ। ਨੈਕਸਟ ਫਿਰ ਤੁਹਾਡੀ ਆ ਗਈ ਤੁਹਾਡੀ ਸ਼ਾਪਿੰਗ ਦੀ ਲਿਸਟ, ਜਿਹੜੀ ਤੁਸੀਂ ਸ਼ਾਪਿੰਗ ਕਰਨੀ ਹੈ। ਮੈਟਰੈਸ, ਬੈੱਡ ਸ਼ੀਟ, ਪਿੱਲੋ, ਸੂਟਕੇਸ, ਅਟੈਚ ਕੇਸ, ਸਮਾਲ ਬੈਗ, ਲੌਕਸ ਵਿਦ ਕੀ, ਲੁਕਿੰਗ ਮਿਰਰ, ਦੇਖਣ ਵਾਲਾ ਸ਼ੀਸ਼ਾ, ਕੋਂਬ ਹੋ ਗਏ, ਸਲੀਪਰ ਹੋ ਗਏ, ਟਾਰਚ ਵਿਦ ਸੈੱਲ, ਅਲਾਰਮ ਕਲੋਕ, ਵਾਟਰ ਬੋਟਲ, हेयर ऑयल, डेली यूजिंग क्लोथ एज पर इंडिविजुअल नीड, टावल, सॉक्स, वाइट एंड ब्लैक ਜਿਹੜੇ ਸੌਕਸ ਤੁਸੀਂ ਲੈ ਕੇ ਜਾਣੇ ਆ। ਇੱਕ ਪੇਅਰ ਜਿਹੜਾ ਹੈਗਾ ਉਹ 1 ਈਚ ਪਲੱਸ ਗ੍ਰੀਨ 2, ਵਾਈਟ ਟੀ-ਸ਼ਰਟ 1 ਲੈ ਕੇ ਜਾਣੀ ਹੈ ਤੇ ਬਲੈਕ ਲੋਡ ਜਿਹੜੀ ਇੱਕ ਲੈ ਕੇ ਜਾਣੀ ਹੈ। ਬਲੈਕ ਸ਼ੂਜ਼ ਲੈ ਕੇ ਜਾਣੇ ਤੁਸੀਂ ਇੱਕ ਪੇਅਰ। ਅੰਬ੍ਰੇਲਾ ਇਹ ਆਪਸ਼ਨਲ ਆ ਤੁਹਾਡੇ ਲਈ, ਪਰ ਤੁਸੀਂ ਲੈ ਜਿਓ ਕਿਉਂਕਿ ਹੋਸਟਲ ਤੋਂ ਥੋੜਾ ਜਿਹਾ ਸਕੂਲ ਜਿਹੜਾ ਥੋੜਾ ਜਿਹਾ ਗੈਪ ਦੇ ਵਿੱਚ ਹੁੰਦਾ। ਕਈ ਵਾਰ ਮੀਂਹ ਜਦੋਂ ਪੈਂਦਾ ਹੁੰਦਾ ਤਾਂ ਫਿਰ ਤੁਹਾਡੇ ਕੋਲ ਅੰਬ੍ਰੇਲਾ ਹੋਵੇ ਤਾਂ ਜ਼ਿਆਦਾ ਵਧੀਆ ਗੱਲ ਹੈ। ਕੋਟਨ ਦੁਪੱਟਾ ਤੁਸੀਂ ਲੈ ਕੇ ਜਾਣਾ ਹੈ। ਗ੍ਰੀਨ ਰਿਬਨ ਫॉर ਗਰਲਸ। ਸਕੂਲ ਯੂਨੀਫਾਰਮ, ਇਹ ਸਕੂਲ ਦੀ ਯੂਨੀਫਾਰਮ ਹੈ। ਤੁਸੀਂ ਇਸ ਤਰੀਕੇ ਦੀ ਜਿਹੜੀ ਯੂਨੀਫਾਰਮ ਹੈ ਤੁਸੀਂ ਆਪਣੇ ਨਾਲ ਲੈ ਕੇ ਜਾਣੀ ਹੈ। ਇਹ ਗਰਲਸ ਦੀ ਹੈ ਰਾਈਟ ਸਾਈਡ ਤੇ ਐਂਡ ਲੈਫਟ ਸਾਈਡ ਤੇ ਬॉयਜ਼। ਨੈਕਸਟ ਕੀ ਆਪਣੇ ਕੋਲ ਟੀ ਕੱਪ, ਚਾਹ ਦਾ ਕੱਪ, ਜਿਹੜੇ ਚਾਹ ਪੀਣੀ ਹੈ ਤੁਸੀਂ ਬਹਿ ਕੇ ਸਵੇਰੇ ਸਵੇਰੇ ਉੱਠ ਕੇ। ਕਰਟਨ, ਤੁਸੀਂ ਪਰਦਾ ਕੋਈ ਨਾਲ ਲੈ ਕੇ ਜਾ ਸਕਦੇ ਹੋ ਉੱਥੇ ਲਗਾਉਣ ਦੇ ਲਈ। ਰੀਸੈਂਟ ਗਰੁੱਪ ਫੋਟੋਗ੍ਰਾਫ, ਮਿੰਨੀ ਪਾਸਪੋਰਟ ਸਾਈਜ਼ ਫੋਟੋਗ੍ਰਾਫ ਆਫ ਸਟੂਡੈਂਟ, ਇਹ ਛੋਟੀ ਜਿਹੜੀ ਪਾਸਪੋਰਟ ਸਾਈਜ਼ ਫੋਟੋਗ੍ਰਾਫ ਤੁਸੀਂ ਉਹ ਲੈ ਕੇ ਜਾਣੀ ਨਾਲ। बकेट विद मग, सोप केस, शैम्पू, टॉयलेट सोप, टूथपेस्ट, टूथब्रश। ਇਹ ਜਿਹੜੇ ਕਰਦੇ ਨੇ ਲੈ ਜਾਓ, ਜਿਹੜੇ ਨਹੀਂ ਕਰਦੇ ਉਹ ਰਹਿਣ ਦਿਓ ਫਿਰ। ਵਾਸ਼ਿੰਗ ਕਲੋਥ ਬ੍ਰਸ਼, ਜਿਹੜੇ ਕੱਪੜੇ ਧੋਂਦੇ ਨੇ ਲੈ ਜਿਓ, ਜਿਹੜੇ ਨਹੀਂ ਧੋਂਦੇ ਉਹ ਰਹਿਣ ਦਿਓ। ਵਾਸ਼ਿੰਗ ਸੋਪ, ਡਿਟਰਜੈਂਟ ਜਿਹੜਾ ਤੁਸੀਂ ਆਪਣਾ ਨਾਲ ਲੈ ਕੇ ਜਾਣਾ। ਲਿਕੁਇਡ ਡਟੋਲ ਜਿਹੜੀ ਸ਼ੀਸ਼ੀ ਛੋਟੀ ਜਿਹੜੀ ਤੁਸੀਂ ਨਾਲ ਲੈ ਕੇ ਜਾਏ। ਕਈ ਵਾਰੀ ਕੋਈ ਸੱਟ ਫੇੜ ਲੱਗ ਜਾਂਦੀ ਆ ਤਾਂ ਤੁਹਾਡੇ ਕੋਲ ਜਿਹੜਾ ਲਿਕੁਇਡ ਡਟੋਲ ਹੋਣਾ ਚਾਹੀਦਾ ਤਾਂ ਜੋ ਮਤਲਬ ਕਿ ਤੁਹਾਡਾ ਜ਼ਖਮ ਜਿਹੜਾ ਜਲਦੀ ਜਿਹੜਾ ਆਰਾਮ ਆ ਜੇ ਉਹਨੂੰ। ਕਲੋਥ ਕਲਿੱਪ, ਕੱਪੜੇ ਸੁਕਾਉਣ ਲਈ ਜਿਹੜੇ ਤਾਰ ਦੇ ਵਿੱਚ ਕਲਿੱਪ ਲਗਾਉਂਦੇ ਆ ਅਸੀਂ ਉਹ ਲੈ ਕੇ ਜਾਣੇ ਆ ਤੁਸੀਂ। ਮੈਡੀਸਨ ਆਫ ਰੀਸੈਂਟ ਏਲਮੈਂਟ ਵਿਦ ਮੈਡੀਕਲ ਰਿਪੋਰਟ, ਕੋਈ ਪੁਰਾਣੀ ਬਿਮਾਰੀ ਆ ਤੁਹਾਨੂੰ ਤਾਂ ਉਹਦੀ ਜਿਹੜੀ ਮੈਡੀਸਨ ਆ ਤੁਸੀਂ ਆਪਣੀ ਨਾਲ ਲੈ ਕੇ ਜਾ ਸਕਦੇ ਹੋ। ਸੋ ਇਹ ਸੀ ਜੀ ਮਤਲਬ ਕਿ ਤੁਹਾਡੀ ਡਿਟੇਲ ਦੇ ਵਿੱਚ ਤੁਸੀਂ ਐਪਲੀਕੇਸ਼ਨ ਫਾਰਮ ਕਿਵੇਂ ਭਰਨਾ ਹੈ, ਕਿਹੜੇ ਡਾਕੂਮੈਂਟ ਤੁਹਾਡੇ ਨਾਲ ਲੱਗਣੇ ਆ, ਤੁਹਾਨੂੰ ਸਾਰਾ ਕੁਝ ਇਹਦੇ ਵਿੱਚ ਮੈਂ ਦੱਸ ਦਿੱਤਾ। ਆਈ ਹੋਪ ਤੁਹਾਨੂੰ ਵੀਡੀਓ ਵਿੱਚ ਦੱਸੀ ਡਿਟੇਲ ਸਾਰੀ ਸਮਝ ਆ ਗਈ ਹੋਊਗੀ। ਪਰ ਫਿਰ ਵੀ ਜੇ ਕਿਸੇ ਨੂੰ ਕੋਈ ਡਾਊਟ ਰਹਿੰਦਾ ਹੈ ਤਾਂ ਤੁਸੀਂ ਡਿਸਕ੍ਰਿਪਸ਼ਨ ਦਿੱਤੇ ਲਿੰਕ ਜਿਹੜਾ ਟੈਲੀਗ੍ਰਾਮ ਦਾ ਉੱਤੇ ਤੁਸੀਂ ਜੁਆਇਨ ਕਰਕੇ ਕੰਟੈਕਟ ਕਰ ਸਕਦੇ ਹੋ। ਤੇ ਹੁਣ ਤੁਸੀਂ ਸਾਡੇ ਚੈਨਲ ਨੂੰ ਕੀ ਕਰਨਾ ਸਾਰਿਆਂ ਨੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਕੇ ਰੱਖਣਾ। ਥੈਂਕ ਯੂ ਵੈਰੀ